ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਇਲਸ ਵਿੱਚ ਰਾਈਟਿੰਗ ਮੋਡਿਊਲ ਬਾਰੇ ਕਿ ਰਾਈਟਿੰਗ ਮੋਡਿਊਲ ਨੂੰ ਕਰਦੇ ਟਾਈਮ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ, ਕਿਹੜੇ-ਕਿਹੜੇ ਟਾਸਕ ਨੂੰ ਕਿੰਨੀ ਟਾਈਮਿੰਗ ਦੇਣੀ ਚਾਹੀਦੀ ਹੈ, ਕੀ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖੋਗੇ ਤੇ ਤੁਹਾਡੇ ਬੈਂਡ ਸਕੋਰ ਜਿਹੜੇ ਨੇ ਉਹ ਇਨਕਰੀਜ਼ ਹੋ ਸਕਦੇ ਨੇ। ਕਾਫੀ ਸਟੂਡੈਂਟ ਜਿਹੜੇ ਨੇ ਰਾਈਟਿੰਗ ਟਾਸਕ ਨੂੰ ਫਸਟ ਵੱਲ ਔਰ ਸੈਕਿੰਡ ਦੀ ਟਾਈਮ ਮੈਨੇਜਮੈਂਟ ਨਹੀਂ ਕਰ ਪਾਉਂਦੇ, ਜਿਸ ਕਰਕੇ ਉਹ ਕੀ ਆ ਉਹਨਾਂ ਦੇ ਟਾਸਕ ਜਿਹੜੇ ਨੇ ਉੱਥੇ ਕੰਪਲੀਟ ਹੀ ਨਹੀਂ ਹੋ ਪਾਉਂਦੇ। ਇਸ ਵੀਡੀਓ ਦੇ ਵਿੱਚ ਹਰ ਇੱਕ ਚੀਜ਼ ਮੈਂ ਡਿਫਾਈਨ ਕਰਾਂਗੀ ਤੁਹਾਨੂੰ ਪੂਰੀ ਦੀ ਪੂਰੀ ਐਲੈਬੋਰੇਸ਼ਨ ਦੇ ਨਾਲ ਕਿ ਕਿਹੜੀ ਚੀਜ਼ ਵੱਲ ਤੁਸੀਂ ਫੋਕਸ ਦੇਣਾ ਹੈ ਆਪਣੀ ਰਾਈਟਿੰਗ ਟਾਸਕ ਕਰਦੇ ਟਾਈਮ। ਹਰ ਇੱਕ ਚੀਜ਼ ਨੂੰ ਬਰੀਕੀ ਦੇ ਨਾਲ ਸਮਝਣਾ ਹੈ, ਇਸ ਕਰਕੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ ਤਾਂ ਕਿ ਕੋਈ ਵੀ ਚੀਜ਼ ਤੁਹਾਡੇ ਕੋਲ ਸਕਿਪ ਨਾ ਹੋ ਸਕੇ। ਫਸਟ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਟਾਈਮਿੰਗ ਬਾਰੇ। ਜਿਸ ਤਰ੍ਹਾਂ ਕਿ ਬਾਕੀ ਮੋਡਿਊਲ ਰੀਡਿੰਗ ਦੀ ਤਰ੍ਹਾਂ ਜਿਹੜੀ ਹੈਗੀ ਆ ਤੁਹਾਡੀ ਰਾਈਟਿੰਗ ਮੋਡਿਊਲ, ਉਹਦਾ ਵੀ ਜਿਹੜਾ ਟਾਈਮਿੰਗ ਆ 1 ਆਵਰ ਦਾ ਹੁੰਦਾ ਆ, ਬਟ ਇਹਦੇ ਵਿੱਚ ਜਿਹੜੇ ਟਾਸਕ ਮਿਲਦੇ ਨੇ ਉਹ ਤੁਹਾਨੂੰ ਦੋ ਮਿਲਦੇ ਨੇ, ਰਾਈਟਿੰਗ ਟਾਸਕ 1 ਔਰ ਰਾਈਟਿੰਗ ਟਾਸਕ 2, ਬਟ ਇਹਨਾਂ ਨੂੰ ਜਿਹੜੀ ਟਾਈਮਿੰਗ ਦੇਣੀ ਹੁੰਦੀ ਆ ਉਹ ਡਿਫਰੈਂਟ ਹੁੰਦੀ ਆ। ਲਾਈਕ ਅਗਰ ਅਸੀਂ ਗੱਲ ਕਰੀਏ ਇਹਨਾਂ ਦੇ ਵਰਡਸ ਦੀ, ਵਰਡ ਲਿਮਿਟ ਕੀ ਆ 150 to 180 ਫॉर ਰਾਈਟਿੰਗ ਟਾਸਕ 1। ਅਗਰ 150 to 180 ਦਾ ਟਾਈਮਿੰਗ ਦੇ ਅਕੋਰਡਿੰਗ ਦੇਖੀਏ ਤਾਂ ਤੁਸੀਂ 20 ਮਿੰਟਸ ਇਨਫ ਨੇ ਅਗਰ ਤੁਸੀਂ ਰਾਈਟਿੰਗ ਟਾਸਕ 1 ਨੂੰ ਦਵੋਗੇ, ਔਰ 250 to 280 ਵਰਡਸ ਨੇ। ਲਾਈਕ ਅਗਰ ਤੁਸੀਂ ਨਾ ਵਰਡਸ ਦੀ ਹੀ ਜਜਮੈਂਟ ਕਰੋਗੇ ਤਾਂ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਕਿ ਜਿਹੜੀ ਰਾਈਟਿੰਗ ਟਾਸਕ 2 ਦੀ ਵੇਟੇਜ ਹੈਗੀ ਆ ਉਹ ਰਾਈਟਿੰਗ ਟਾਸਕ 1 ਨਾਲੋਂ ਜ਼ਿਆਦਾ ਆ। ਇਸ ਕਰਕੇ ਸਾਨੂੰ ਜਿਹੜੀ ਟਾਈਮਿੰਗ ਹੈ ਉਹ ਵੀ ਇਹਨੂੰ ਜ਼ਿਆਦਾ ਦੇਣੀ ਪਵੇਗੀ, ਲਾਈਕ 40 ਮਿੰਟਸ। 40 ਮਿੰਟਸ ਦਵੋਗੇ ਤੁਸੀਂ ਰਾਈਟਿੰਗ ਟਾਸਕ 2 ਨੂੰ, ਔਰ 1 ਆਵਰ ਦੇ ਵਿੱਚ ਤੁਸੀਂ ਦੋਵੇਂ ਇਹ ਟਾਸਕ ਜਿਹੜੇ ਨੇ ਉਹ ਕੰਪਲੀਟ ਕਰਦੇ ਨੇ। ਬਟ 20 ਮਿੰਟਸ ਔਰ 40 ਮਿੰਟਸ ਦੇ ਵਿੱਚ ਵੀ ਤੁਹਾਨੂੰ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਗਰ ਮੈਂ ਹੁਣ ਗੱਲ ਕਰਾਂ ਰਾਈਟਿੰਗ ਟਾਸਕ 1 ਦੀ, ਤੇ 20 ਮਿੰਟਸ ਤੁਹਾਨੂੰ ਮਿਲ ਰਹੇ ਨੇ ਰਾਈਟਿੰਗ ਟਾਸਕ ਨੂੰ ਕਰਨ ਲਈ, ਤੇ 20 ਮਿੰਟਸ ਤੁਸੀਂ ਰਾਈਟਿੰਗ ਵੱਲ ਹੀ ਧਿਆਨ ਨਾ ਦਿਓ, ਤੁਸੀਂ ਲਿਖਣਾ ਸਟਾਰਟ ਕਰ ਦਿਓ ਅਗਰ ਤੁਹਾਨੂੰ ਟਾਸਕ ਮਿਲ ਗਿਆ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਰਾਈਟਿੰਗ ਟਾਸਕ 1 ਦੇ ਵਿੱਚ ਟੋਟਲ ਜਿਹੜੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੁੰਦੀ ਹੈ, ਲਾਈਕ ਤੁਹਾਨੂੰ ਕੋਈ ਗ੍ਰਾਫ ਮਿਲ ਜਾਂਦਾ ਹੈ, ਤੁਸੀਂ ਟੇਬਲ ਮਿਲ ਜਾਂਦਾ ਹੈ ਕਿ ਉਹਨੂੰ ਦੇਖ ਕੇ ਤੁਸੀਂ ਇੱਕ ਪੂਰੇ ਦੇ ਪੂਰੇ ਪੇਪਰ ਦੇ ਉੱਤੇ ਉਹਨੂੰ ਕੀ ਆ ਲਿਖਣਾ ਹੁੰਦਾ ਆ 150 to 180 ਵਰਡਸ ਦੇ ਵਿੱਚ, ਔਰ ਇਸ ਨੂੰ ਲਿਖਣ ਲਈ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਕੰਜ਼ਿਊਮ ਕਰਨ ਦੀ ਨਹੀਂ ਲੋੜ ਹੈ। ਬਾਕੀ ਜਿਹੜੀ ਅੱਗੇ ਵੀਡੀਓ ਉਹਦੇ ਵਿੱਚ ਤੁਹਾਨੂੰ ਦੱਸੂਗੀ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਟਾਈਮ ਮੈਨੇਜਮੈਂਟ ਕਰ ਸਕਦੇ ਹੋ, ਇੰਟਰੋਲੀ, BP1 BP2 ਕਨਕਲੂਜਨ ਨੂੰ ਕਿਸ ਤਰ੍ਹਾਂ ਟਾਈਮ ਦਓਗੇ। ਇਹ ਸਾਰੀ ਨੈਕਸਟ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੀ ਹੈਗੀ ਆ ਉਹ ਮੈਂ ਪੂਰਾ ਡਿਟੇਲ ਵਿੱਚ ਟਰਨ ਬਾਈ ਟਰਨ ਸਮਝਾਵਾਂਗੀ। ਫਸਟ ਅਗਰ ਅਸੀਂ ਗੱਲ ਕਰੀਏ ਟਾਈਮ ਮੈਨੇਜਮੈਂਟ ਦੀ, ਟਾਈਮ ਮੈਨੇਜਮੈਂਟ ਲਾਈਕ 20 ਮਿੰਟਸ ਤੁਹਾਨੂੰ ਮਿਲ ਰਹੇ ਨੇ ਟਾਸਕ 1 ਦੇ ਕਰਨ ਲਈ। ਲਾਈਕ ਤੁਸੀਂ 20 ਤੇ 20 ਮਿੰਟ ਰਾਈਟਿੰਗ ਨੂੰ ਨਹੀਂ ਦੇਣੇ, ਤੁਸੀਂ 5 ਮਿੰਟਸ ਜਿਹੜੀ ਆ ਉਹ ਪਲੈਨਿੰਗ ਕਰੋ। ਪਲੈਨਿੰਗ ਮੀਨਸ ਕਿ ਤੁਸੀਂ ਕਰਨਾ ਕੀ ਹੈ, ਕੰਪੈਰੀਜ਼ਨ ਕੀ ਹੋਣੇ ਚਾਹੀਦੇ ਨੇ ਤੁਹਾਡੇ। 5 ਮਿੰਟਸ ਇਨਫ ਹੁੰਦੇ ਨੇ ਜਦੋਂ ਤੁਸੀਂ ਟਾਸਕ 1 ਦੀ ਪੂਰੀ ਜਿਹੜੀ ਆ ਦੇਖਦੇ ਹੋ ਕਿ ਤੁਸੀਂ ਇਹਦੇ ਵਿੱਚ ਲਿਖਣਾ ਕੀ ਆ, ਤੁਹਾਡੇ ਕੰਪੈਰੀਜ਼ਨ ਕੀ ਹੈ। ਸੈਕਿੰਡ 10 ਮਿੰਟਸ ਤੋਂ ਆਪਣੀ ਰਾਈਟਿੰਗ ਨੂੰ, ਜਦੋਂ ਤੁਸੀਂ 5 ਮਿੰਟਸ ਆਪਣੇ ਟਾਸਕ ਨੂੰ ਦੇ ਦਿੰਦੇ ਹੋ ਤੇ ਤੁਹਾਨੂੰ 10 ਮਿੰਟਸ ਬਹੁਤ ਜ਼ਿਆਦਾ ਹੁੰਦੇ ਨੇ ਕਿ ਤੁਸੀਂ ਆਪਣੇ ਟਾਸਕ 1 ਦੇ 150 to 180 ਵਰਡਸ ਨੂੰ ਆਰਾਮ ਨਾਲ ਲਿਖ ਸਕਦੇ ਹੋ, ਔਰ ਇਹ ਹੋ ਗਏ ਤੁਹਾਡੇ 15 ਮਿੰਟਸ। ਔਰ 5 ਮਿੰਟ ਜੋ ਤੁਹਾਡੇ ਬਚਦੇ ਨੇ ਉਹ ਪ੍ਰੂਫ ਰੀਡਿੰਗ ਨੂੰ ਦਿਓ। ਪ੍ਰੂਫ ਰੀਡਿੰਗ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਰਾਈਟਿੰਗ ਟਾਸਕ 1 ਦੇ ਵਿੱਚ ਔਰ ਰਾਈਟਿੰਗ ਟਾਸਕ 2 ਦੇ ਵਿੱਚ। ਲਾਈਕ ਅਗਰ ਤੁਸੀਂ ਪ੍ਰੂਫ ਰੀਡਿੰਗ ਨਹੀਂ ਕਰਕੇ ਆਉਂਦੇ ਹੋ ਤੇ ਤੁਹਾਨੂੰ ਹਾਫ ਬੈਂਡ ਦਾ ਜਿਹੜਾ ਫਰਕ ਹੈ ਉਹ ਪੈ ਸਕਦਾ। ਅਸੀਂ ਇਹ ਚੀਜ਼ ਨੂੰ ਜੱਜ ਕਰ ਸਕਦੇ ਹਾਂ ਕਿ ਕੋਈ ਗਲਤੀ ਜਿਹੜੀ ਕਿ ਪਹਿਲਾਂ ਅਸੀਂ ਪੜ੍ਹ ਕੇ ਕੱਢਣੀ ਆ ਉਹ ਡਾਇਰੈਕਟ ਤੁਹਾਡੀ ਐਗਜ਼ਾਮੀਨਰ ਕੱਢੇਗਾ, ਜਿਸ ਕਰਕੇ ਜਿੰਨੀਆਂ ਗਲਤੀਆਂ ਨਿਕਲਣਗੀਆਂ ਉਨੇ ਹੀ ਤੁਹਾਡੇ ਬੈਂਡ ਸਕੋਰ ਤੇ ਫਰਕ ਪਏਗਾ। ਜਿਸ ਤਰ੍ਹਾਂ ਇਹ ਪਲੈਨਿੰਗ ਹੈ ਤੁਹਾਡੀ, ਇਸ ਪਲੈਨਿੰਗ ਦੇ ਅਕੋਰਡਿੰਗ ਅਗਰ ਤੁਸੀਂ ਰਾਈਟਿੰਗ ਟਾਸਕ 1 ਨੂੰ ਅਟੈਂਪਟ ਕਰਨਾ ਸਟਾਰਟ ਕਰੋਗੇ ਤੇ ਡੈਫੀਨੇਟਲੀ ਤੁਸੀਂ ਬਹੁਤ ਵਧੀਆ ਬੈਂਡ ਸਕੋਰ ਜਿਹੜਾ ਉਹ ਅਚੀਵ ਕਰ ਸਕਦੇ ਹੋ। ਨੈਕਸਟ ਅਗਰ ਅਸੀਂ ਗੱਲ ਕਰੀਏ ਰਾਈਟਿੰਗ ਟਾਸਕ 2 ਦੀ, ਇਹਦੀ ਮੈਨੇਜਮੈਂਟ ਵੀ ਸੇਮ ਇਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਲਾਈਕ 5 to 10 ਮਿੰਟਸ ਤੁਸੀਂ ਆਪਣੀ ਪਲੈਨਿੰਗ ਕਰੋ। 5 to 10 ਮਿੰਟਸ ਜਾਂ 5 to 7 ਜਿਹੜੇ ਮਿੰਟ ਆ ਉਹਦੀ ਪਲੈਨਿੰਗ ਕਰੋ ਕਿ ਤੁਸੀਂ ਆਪਣੇ ਰਾਈਟਿੰਗ ਟਾਸਕ 2 ਵਿੱਚ ਕਿਹੜੇ ਆਈਡੀਆਸ ਲਿਖਣਾ ਚਾਹੁੰਦੇ ਹੋ। ਇੰਟਰੋਡਕਸ਼ਨ ਔਰ ਕਨਕਲੂਜਨ ਤੇ ਬਿਲਕੁਲ ਤੁਹਾਡਾ ਸਿੰਪਲ ਹੁੰਦਾ ਹੈ। ਲਾਈਕ ਅਗਰ ਤੁਹਾਨੂੰ ਤੁਹਾਡੀ ਸਟੇਟਮੈਂਟ ਸਮਝ ਆ ਗਈ ਹੈ ਤਾਂ ਤੁਸੀਂ ਆਰਾਮ ਨਾਲ ਆਪਣੀ ਇੰਟਰੋਡਕਸ਼ਨ ਔਰ ਕਨਕਲੂਜਨ ਬਣਾ ਲੈਂਦੇ ਹੋ। ਬਟ BP1 ਦੇ ਵਿੱਚ ਔਰ BP2 ਦੇ ਵਿੱਚ ਤੁਸੀਂ ਕੀ ਲਿਖਣਾ ਚਾਹੁੰਦੇ ਹੋ, ਕੀ ਆਈਡੀਆਸ ਦੇਣਾ ਚਾਹੁੰਦੇ ਹੋ, ਉਹ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਆ
टास्क लिखण तो पहला ही। ये नहीं कि तुसी इंट्रोडक्शन लिख रहे हो और साइड बाय साइड तुसी ये सोच रहे हो कि BP1 BP2 विच मैं की लिखांगा, वो रॉन्ग है, टोटली रॉन्ग है। तुसी BP1 BP2 ਦੀ प्लैनिंग पहला ही करके रखो। ਜਦੋਂ कि तुसी टास्क ਤੁਹਾਨੂੰ मिल गया, स्टेटमेंट तुसी रीड आउट कर ली है, पहला ही अपनी BP1 BP2 ਦੇ ਵਿੱਚ ਆਈਡੀਆਸ ਜਿਹੜੇ ਆ ਬਿਲਕੁਲ ਸਮਝ ਲਓ ਕਿ ਮੈਂ ਇਹ ਲਿਖਣੇ ਆ, ਇਹ ਕੰਪੈਰੀਜ਼ਨ ਹੋਣਗੇ ਮੇਰੇ, ਇਹ ਐਗਜ਼ਾਮਪਲਸ ਹੋ ਸਕਦੀਆਂ ਨੇ। ਰਫਲੀ ਤੁਸੀਂ ਆਪਣੇ ਪੇਪਰ ਤੇ ਲਿਖੋ, ਦੈਨ ਤੁਸੀਂ ਆਪਣਾ ਟਾਸਕ ਲਿਖਣਾ ਜਿਹੜਾ ਆ ਉਹ ਸਟਾਰਟ ਕਰੋ। ਦੈਨ ਪੂਰੇ ਦੇ ਪੂਰੇ 30 ਮਿੰਟਸ ਜਿਹੜੇ ਨੇ ਤੁਸੀਂ ਆਪਣੇ ਟਾਸਕ ਨੂੰ ਦਿਓ, 30 ਮਿੰਟਸ। और अगर तुसी इनू 25 मिनट्स भी दिंदे हो लिखण लई, बहुत इनफ हुंदे ने अगर तुसी प्रायर प्लैनिंग करदे हो कि मैं अपने टास्क विच ये लिखना है। नैक्सट प्रूफ रीडिंग। प्रूफ रीडिंग बहुत ही ज़्यादा जरूरी है, जिस तरह की टास्क 1 है उस तरीके नाल टास्क 2 ली भी। दोवें टास्क ली राइटिंग टास्क जिहड़ा मॉड्यूल है उहदे विच प्रूफ रीडिंग बहुत ही ज़्यादा जरूरी है। इस नूं कदी भी स्किप करके नहीं आउणा, ये बिल्कुल करनी है। चाहे तुसी अपने टास्क नूं थोड़ा घट टाइम दो, थोड़ा जल्दी लिख लो, बट प्रूफ रीडिंग नाल की हुंदा है कि जिहड़ी तुहाडी स्पैलिंग मिस्टेक, जिहड़ी कि तुसी रशली फास्ट लिखदे हो, कोई स्पैलिंग मिस्टेक रह जांदी है, तुसी उहनूं कवर करदे हो, तुसी उहनूं रब करके दोबारा लिख सकदे हो। मगर जे तुसी प्रूफ रीडिंग नहीं करदे, डायरैक्ट वो गलती कौन कड्डेगा? एग्जामिनर कड्डेगा, जिहदे करके की आ फिर तो तुहाडे बैंड स्कोर ते फर्क पएगा। नैक्सट हुण मैं गल करांगी तुहाडी जजमेंट किन्ना चीज़ां नूं लैके राइटिंग टास्क विच हुंदी है। फस्ट तुहाडा टास्क रिस्पोंस, मीनस राइटिंग टास्क 1 और राइटिंग टास्क 2 विच की टास्क रिस्पोंस तुसी दिता है, कि तुसी स्टेटमेंट नूं समझिया है, जो तुसी कंपैरिजन टास्क 1 विच सैट कीते ने वो बिल्कुल ठीक ने, जो तुसी स्टेटमेंट दा आंसर दिता है राइटिंग टास्क 2 विच की वो बिल्कुल डेफिनेट है। नैक्सट हैगा तुहाडा कोहेरेंस। कोहेरेंस का मतलब हुंदा है मीनस तुसी कोई आइडिया लिख रहे हो और एक आइडिया तुहाडा बिल्कुल परफेक्ट बैठ रहा है, दूसरा तुसी आइडिया कितों होर ही अपना ही बना के लिख दिता है, वो बिल्कुल इनकरैक्ट है। इस चीज़ के तुहानू की है 25 जिहड़े मार्क्स आ परसेंट मार्क्स ने उन्हां दे बेस ते जजमेंट की जाती है। लाइक वोकैबुलरी, वोकैबुलरी तुहाडा 3rd है, जिहदे विच तुहाडे की है टास्क की जजमेंट की जाती है। वोकैबुलरी होना बहुत ही ज़्यादा जरूरी है, ये नहीं कि बहुत ज़्यादा टफ और वास्ट वोकैबुलरी का यूज़ किया जाए। सिंपल वोकैबुलरी भी तुसी अपने टास्क विच यूज़ करके अपने बैंड स्कोर नूं इनक्रीज कर सकते हो। लास्ट इज ग्रामर। ग्रामर बहुत ही ज़्यादा इंपॉर्टेंट है तुहाडे राइटिंग टास्क 2 लई। राइटिंग टास्क 1 नूं ते असीं सिंपल जदों ग्राफ नूं असीं लिखना हुंदा है, कंपैरिजन सैट करदे हां तो आराम नाल तुसीं लिख सकदे हो, बट ग्रामर जिहड़ी हैगी है राइटिंग टास्क 2 लई बहुत ही ज़्यादा जरूरी है। ये है तुहाडे जिहड़े 4 टाइप्स ने टास्क रिस्पोंस, कोहेरेंस, वोकैबुलरी और ग्रामर के बेस ते ही तुहाडे दोवां टास्क की जजमेंट जिहड़ी कीती जांदी है और इन्हां दे बेस ते ही इन्हां दे जिहड़े बैंड स्कोर दिते जांदे आ। लाइक अगर असीं गल करिए कि वेटेज दी, वेटेज राइटिंग टास्क 2 दी ज़्यादा है एज कंपेयर टू राइटिंग टास्क 1। लाइक जिस तरह टोटल तुहाडे 9 बैंड ने, 9 बैंड विचों 6 बैंड स्कोर जिहड़ा है राइटिंग टास्क 2 लई है और 3 बैंड स्कोर जिहड़ा तुहाडा है राइटिंग टास्क 1 लई है। इस करके कदी भी इस दे उत्ते स्टक नहीं रहना कि तुसी कई स्टूडेंट की करते हैं काफ़ी टाइम जिहड़ा राइटिंग टास्क 2 के कंपैरिजन नूं ही लगा देंदे आ। प्लीज़ जदों तुहाडे सामने स्टॉप वॉच लगी है तो तुसी उहदे उत्ते फोकस रखना है कि तुसी अपना टाइमिंग प्रॉपर इनू देना है, ये नहीं कि इहदे उपर ही स्टक होके बैठे रहना है ताकि तुसी अपने राइटिंग टास्क 2 नूं टाइम ही नहीं। नैक्सट असीं गल करांगे टाइप्स बारे कि किन्नियां टाइप्स हुंदियां ने, किहड़ी टाइप्स हुंदी आ, किस तरह तुसीं उहनूं लिख सकदे हो टन बाय टन। हुण मैं उहनूं एक्सप्लेन करांगी। अगर असीं गल करिए राइटिंग टास्क 1 दी ते इहदे विच टोटल तुहाडे 7 टाइप्स हुंदियां ने। फर्स्ट इज लाइन ग्राफ, बार ग्राफ, टेबल, पाई चार्ट। इन्हां चारां नूं लिखण दा तरीका जिहड़ा आ थोड़ा सेम हुंदा है। लाइक तुसीं जदों इन्हां नूं लिखना आ उहदे विच फर्स्ट तुसीं लिखनी है अपनी इंट्रोडक्शन, सैकेंड तुसीं लिखदे हो अपना ओवरऑल, BP1 और BP2। काफ़ी जिहड़े स्टूडेंट ने ओवरऑल जिहड़ा ने अपना लास्ट ते लिखदे ने, बट माई पॉइंट ऑफ व्यू कि तुसीं अपना जिहड़ा ओवरऑल आ वो हमेशा इंट्रोडक्शन तो बाद लिखो, क्योंकि ओवरऑल देना बहुत ज़्यादा जरूरी है इंट्रोडक्शन तो बाद, ताकि जो एग्जामिनर रीड आउट कर रहा तुहाडे टास्क नूं उहनूं पता चल सके कि तुसीं पूरा दा पूरा जो टास्क तुसीं तुहानूं ग्राफ है, पाई चार्ट है, टेबल है, उहनूं तुसीं
ਇੱਕ ਵਾਰੀ ਉਹਦੀ ਜਿਹੜੀ ਮੈਜਰਮੈਂਟ ਉਹਨੂੰ ਦੇਖ ਲਿਆ ਹੋਇਆ ਹੈ ਕਿ ਤੁਸੀਂ ਉਹਦਾ ਓਵਰਆਲ ਕੱਢ ਲਿਆ ਹੋਇਆ ਹੈ, ਇਹ ਜ਼ਰੂਰੀ ਹੈ। ਬਟ ਅਗਰ ਅਸੀਂ ਗੱਲ ਕਰੀਏ ਜਿਹੜੇ ਇਹਦੇ ਬਚਦੇ ਬਾਕੀ ਟਾਸਕ ਨੇ, ਬਾਕੀ ਟਾਈਪਸ ਨੇ, ਪ੍ਰੋਸੈਸ ਚਾਰਟ ਲਾਈਕ ਫਲੋ ਚਾਰਟ ਜਿਹੜਾ ਕਿ ਤੁਹਾਡਾ ਇਸ ਤਰ੍ਹਾਂ ਐਰੋ ਦੇ ਵਿੱਚ ਆਉਂਦਾ ਹੈ, ਡਾਇਗਰਾਮ ਤੁਹਾਨੂੰ ਪਤਾ ਹੈ ਕੋਈ ਵੀ ਡਾਇਗਰਾਮ ਉਹਨਾਂ ਨੇ ਦਿੱਤੀ ਹੋਏਗੀ, ਤੁਸੀਂ ਉਹਨੂੰ ਕੀ ਹੈ ਦੇਖ ਕੇ ਲਿਖਣਾ ਆ। ਔਰ ਲਾਸਟ ਇਜ਼ ਮੈਪ ਤੁਹਾਨੂੰ ਕੋਈ ਵੀ ਦੋ ਜਿਹੜੇ ਏਅਰਸ ਦੇ ਮੈਪ ਜਿਹੜੇ ਦਿੱਤੇ ਹੋਣਗੇ ਤੁਸੀਂ ਉਹਨਾਂ ਦਾ ਕੰਪੈਰੀਜ਼ਨ ਕਰਕੇ ਲਿਖਣਾ ਹੁੰਦਾ ਹੈ। ਬਟ ਇਹਦੇ ਵਿੱਚ ਅਗਰ ਅਸੀਂ ਗੱਲ ਕਰੀਏ ਆਪਣੇ ਲਿਖਣ ਦੇ ਤਰੀਕੇ ਦੀ, ਤੁਸੀਂ ਕੀ ਆ ਸਭ ਤੋਂ ਪਹਿਲਾਂ ਕੀ ਲਿਖੋਗੇ, ਇੰਟਰੋਡਕਸ਼ਨ, BP1, BP2 ਔਰ ਦੈਨ ਓਵਰਆਲ। ਔਰ ਓਵਰਆਲ ਇਸ ਤਿੰਨਾਂ ਦੇ ਟਾਈਪਸ ਦੇ ਵਿੱਚ ਬਿਲਕੁਲ ਆਪਸ਼ਨਲ ਹੁੰਦਾ ਆ। ਅਗਰ ਤੁਹਾਡੇ ਕੋਲ ਵਰਡ ਲਿਮਿਟ ਜਿਹੜੀ ਹੈਗੀ ਆ ਉਹ ਕੰਪਲੀਟ ਹੋ ਗਈ ਆ ਤਾਂ ਤੁਸੀਂ ਜਿਹੜਾ ਆ ਓਵਰਆਲ ਸਕਿਪ ਕਰ ਸਕਦੇ ਹੋ। ਅਗਰ ਤੁਹਾਡੇ ਕੋਲ 150 to 180 ਦੀ ਵਰਡ ਲੈਂਥ ਕੰਪਲੀਟ ਨਹੀਂ ਹੋਈ ਤੇ ਤੁਸੀਂ ਕੀ ਆ ਆਪਣਾ ਓਵਰਆਲ ਲਿਖੋਗੇ। ਓਵਰਆਲ ਇਹਦੇ ਵਿੱਚ ਬਹੁਤ ਜ਼ਿਆਦਾ ਸਿੰਪਲ ਹੁੰਦਾ ਹੈ, ਤੁਸੀਂ ਫਰਸਟ ਸਟੈਪ ਔਰ ਲਾਸਟ ਸਟੈਪ ਜਿਹੜਾ ਹੈ ਉਹ ਲਿਖਣਾ ਹੁੰਦਾ ਹੈ ਫਲੋ ਚਾਰਟ ਦੇ ਵਿੱਚ, ਔਰ ਡਾਇਗਰਾਮ ਦੇ ਵਿੱਚ ਜੋ ਵੀ ਤੁਹਾਨੂੰ ਰਿਫਲੈਕਟਿੰਗ ਨਜ਼ਰ ਆਉਂਦਾ ਹੈ ਉਹ ਤੁਸੀਂ ਲਿਖਦੇ ਹੋ, ਔਰ ਮੈਪ ਦੇ ਵਿੱਚ ਵੀ ਤੁਸੀਂ ਜੋ ਚੇਂਜਸ ਆਈਆਂ ਹੁੰਦੀਆਂ ਨੇ ਉਹਨਾਂ ਨੂੰ ਲਿਖ ਸਕਦੇ ਹੋ। ਅਗਰ ਅਸੀਂ ਗੱਲ ਕਰੀਏ ਰਾਈਟਿੰਗ ਟਾਸਕ 2 ਦੇ ਟਾਈਪਸ ਬਾਰੇ, ਇਹਨਾਂ ਦੀ ਵਰਡ ਲੈਂਥ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ ਤੁਸੀਂ 250 to 280 ਜਿਹੜੇ ਵਰਡਸ ਨੇ ਲਿਖਣੇ ਹੁੰਦੇ ਨੇ। ਔਰ ਇਹਨਾਂ ਦੀ ਜਿਹੜੇ ਟਾਈਪਸ ਨੇ ਉਹ 5 ਟਾਈਪਸ ਹੁੰਦੀਆਂ ਨੇ ਟੋਟਲ, ਓਪੀਨੀਅਨ ਐਸੇ, ਡਿਸਕਸ਼ਨ ਐਸੇ, ਐਡਵਾਂਟੇजेस और डिसएडवांटेजेस ऐसे, कॉज सॉल्यूशन ऐसे और डायरेक्ट क्वेश्चन ऐसे। ਇਸ ਦੇ ਉੱਤੇ ਜੋ ਟਾਈਪਸ ਨੇ ਰਾਈਟਿੰਗ ਟਾਸਕ 2 ਦੀਆਂ, ਇਹਦੀਆਂ ਮੈਂ ਵੀਡੀਓ ਜਿਹੜੀ ਆ ਉਹ ਅਪਲੋਡ ਕਰ ਚੁੱਕੀ ਹਾਂ ਪੂਰੀ ਦੀ ਪੂਰੀ ਐਕਸਪਲੇਨੇਸ਼ਨ ਦੇ ਥਰੂ ਕਿ ਤੁਸੀਂ ਕਿਸ ਤਰ੍ਹਾਂ ਓਪੀਨੀਅਨ ਐਸੇ, ਡਿਸਕਸ਼ਨ ਐਸੇ, ਇਹਨਾਂ ਸਾਰੇ ਐਸੇ, ਉਹਦੀ ਵੀਡੀਓ ਮੈਂ ਆਲਰੇਡੀ ਹੀ ਅਪਲੋਡ ਕਰ ਚੁੱਕੀ ਹਾਂ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਜੋ ਸਟੂਡੈਂਟ ਇਹਨੂੰ ਡੀਪਲੀ ਸਮਝਣਾ ਚਾਹੁੰਦੇ ਨੇ ਕਿ ਕਿਹੜੇ ਓਪੀਨੀਅਨ ਐਸੇ ਹੁੰਦੇ ਨੇ, ਕਿਸ ਤਰ੍ਹਾਂ ਤੁਸੀਂ ਜੱਜ ਕਰ ਸਕਦੇ ਹੋ ਕਿ ਕਿਹੜਾ ਐਸੇ ਕਿਹੜਾ ਹੈ, ਤੁਸੀਂ ਮੇਰਾ ਜਿਹੜਾ ਲਿੰਕ ਹੈ ਉਹਨੂੰ ਕਲਿੱਕ ਕਰਕੇ ਇਹ ਵੀਡੀਓ ਨੂੰ ਦੇਖ ਸਕਦੇ ਹੋ। ਨੈਕਸਟ ਹੁਣ ਜਿਹੜੀ ਮੇਰੀ ਅਪਕਮਿੰਗ ਵੀਡੀਓ ਹੋਏਗੀ ਉਹ ਹੋਏਗੀ ਰਾਈਟਿੰਗ ਟਾਸਕ 1 ਦੇ ਟਾਈਪਸ ਦੇ ਉੱਤੇ, ਜਿਸ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਵਿੱਚ ਕਵਰ ਕੀਤਾ ਜਾਏਗਾ ਕਿ ਤੁਸੀਂ ਕਿਸ ਤਰ੍ਹਾਂ ਰਾਈਟਿੰਗ ਟਾਸਕ 1 ਨੂੰ ਲਿਖ ਸਕਦੇ ਹੋ, ਇੰਟਰੋ ਕਿਸ ਤਰ੍ਹਾਂ ਹੋਣੀ ਚਾਹੀਦੀ ਆ, ਕਿਹੜੇ ਟਾਸਕ ਵਿੱਚ ਓਵਰਆਲ ਪਹਿਲਾਂ ਹੋਣਾ ਚਾਹੀਦਾ, ਪੂਰਾ ਦਾ ਪੂਰਾ ਡਿਟੇਲ ਤੁਹਾਨੂੰ ਜਿਹੜਾ ਆ ਨੈਕਸਟ ਵੀਡੀਓ ਦੇ ਵਿੱਚ ਮਿਲ ਜਾਏਗਾ। ਹੁਣ ਅਸੀਂ ਗੱਲ ਕਰਾਂਗੇ ਕਿ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਮੇਨ ਫੋਕਸ ਜਿਹੜਾ ਆ ਤੁਸੀਂ ਕਿਸ ਚੀਜ਼ ਨੂੰ ਦੇਣਾ ਆ। ਹੁਣ ਅਸੀਂ ਗੱਲ ਕਰਾਂਗੇ ਕੁਝ ਇੰਪੋਰਟੈਂਟ ਚੀਜ਼ਾਂ ਬਾਰੇ ਜਿਹੜੀਆਂ ਕਿ ਰਾਈਟਿੰਗ ਮੋਡਿਊਲ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਰਾਈਟਿੰਗ ਟਾਸਕ 1 ਲਈ ਔਰ ਰਾਈਟਿੰਗ ਟਾਸਕ 2 ਲਈ। ਅਗਰ ਅਸੀਂ ਗੱਲ ਕਰੀਏ ਰਾਈਟਿੰਗ ਟਾਸਕ 1 ਦੀ, ਤੇ ਇਹਦੇ ਵਿੱਚ ਤੁਸੀਂ ਕਦੀ ਵੀ ਅਜ਼ੰਪਸ਼ਨ ਔਰ ਇਮੇਜਿਨੇਸ਼ਨ ਜਿਹੜੀ ਤੁਹਾਡੀ ਆਪਣੀ ਇਮੇਜਿਨੇਸ਼ਨ ਆ ਉਹ ਯੂਜ਼ ਨਹੀਂ ਕਰਨੀ। ਲਾਈਕ ਕਈ ਸਟੂਡੈਂਟ ਹੁੰਦੇ ਨੇ ਟਾਸਕ ਦੇਖਦੇ ਨੇ, ਗ੍ਰਾਫ ਦੇਖਦੇ ਨੇ, ਖੁਦ ਦਾ ਲਿਖਣਾ ਸਟਾਰਟ ਕਰਦੇ ਨੇ, ਇਸ ਵਿੱਚ ਕੋਈ ਵੀ ਇਮੇਜਿਨੇਸ਼ਨ ਨਹੀਂ ਚੱਲੇਗੀ। ਜੋ ਵੀ ਤੁਹਾਡਾ ਟਾਸਕ ਤੁਹਾਨੂੰ ਗ੍ਰਾਫ ਮਿਲਿਆ ਹੈ, ਜੋ ਵੀ ਤੁਹਾਨੂੰ ਇੱਕ ਪੇਪਰ ਤੇ ਨਜ਼ਰ ਆ ਰਿਹਾ ਹੈ, ਤੁਸੀਂ ਡਿਟੋ ਉਹਨੂੰ ਦੇਖ ਕੇ ਲਿਖਣਾ ਹੈ, ਉਹਦੇ ਹੀ ਕੰਪੈਰੀਜ਼ਨ ਸੈੱਟ ਕਰਨੇ ਆ, ਤੁਹਾਡੀ ਕੋਈ ਵੀ ਇਮੇਜਿਨੇਸ਼ਨ ਨਹੀਂ। ਇਹਦੇ ਵਿੱਚ ਨੋਟੇਬਲ ਪੁਆਇੰਟ ਹੈਗਾ ਕੰਪੈਰੀਜ਼ਨ। ਜਿੰਨੇ ਵੀ ਆਈਡੀਆਸ ਜਿਹੜੇ ਤੁਸੀਂ ਲਿਖ ਰਹੇ ਹੋ ਆਪਣੇ ਗ੍ਰਾਫ ਵੱਲ ਦੇਖ ਕੇ ਉਹਦੇ ਵਿੱਚ ਤੁਸੀਂ ਕੀ ਹੈ ਕੰਪੈਰੀਜ਼ਨ ਜ਼ਰੂਰ ਸੈੱਟ ਕਰਨਾ ਹੈ। ਜਿੰਨੀ ਵੇਰੀਏਸ਼ਨਸ ਤੁਹਾਡੇ ਲਾਈਨਸ ਦੇ ਵਿੱਚ ਹੋਵੇਗੀ ਉਨੇ ਹੀ ਤੁਹਾਡੇ ਜਿਹੜੇ ਬੈਂਡ ਸਕੋਰ ਹੈ ਉਹ ਇਨਕਰੀਜ਼ ਹੋਣਗੇ। ਵੇਰੀਏਸ਼ਨ ਮੀਨਸ ਜਿੰਨੇ ਵੀ ਤੁਸੀਂ ਆਪਣੇ ਟਾਸਕ ਵਿੱਚ ਆਪਣੀ ਲਾਈਨਸ ਦੇ ਵਿੱਚ ਚੇਂਜਸ ਲੈ ਕੇ ਆਓਗੇ ਉਨੇ ਹੀ ਤੁਸੀਂ ਆਪਣਾ ਜਿਹੜਾ ਹੈ ਬੈਂਡ ਸਕੋਰ ਨੂੰ ਇਨਕਰੀਜ਼ ਕਰ ਸਕਦੇ ਹੋ। ਵੇਰੀਏਸ਼ਨਸ ਕਿੱਦਾਂ ਲੈ ਕੇ ਆਉਣੀਆਂ ਨੇ, ਕਿੱਦਾਂ ਤੁਸੀਂ ਵੇਰੀਏਸ਼ਨ ਕਰ ਸਕਦੇ ਹੋ, ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮੈਂ ਪੂਰਾ ਦਾ ਪੂਰਾ ਡਿਟੇਲ ਜਿਹੜਾ ਦੱਸ ਦਵਾਂਗੀ। ਜਿਸ ਤਰ੍ਹਾਂ ਕਿ ਕਾਫੀ ਸਟੂਡੈਂਟ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਜਿਹੜੇ ਕਨਫਿਊਜ਼ਡ ਰਹਿੰਦੇ ਨੇ ਕਿ ਅਸੀਂ ਵੇਰੀਏਸ਼ਨਸ ਕਿੱਦਾਂ ਕਰ ਸਕਦੇ ਹਾਂ, ਬਾਰ-ਬਾਰ ਸੇਮ ਲਾਈਨ ਨੂੰ ਕਿੱਦਾਂ, ਉਹ ਮੇਰੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਦਾ ਪੂਰਾ ਡਿਟੇਲ ਜਿਹੜਾ ਆ ਉਹ ਮਿਲ ਜਾਏਗਾ ਕਿ ਤੁਸੀਂ ਵੇਰੀਏਸ਼ਨ ਕਿੱਦਾਂ ਲੈ ਕੇ ਆਣੀ ਆ। ਰਾਈਟਿੰਗ ਟਾਸਕ 2 ਦੇ ਵਿੱਚ ਤੁਸੀਂ ਕੀ ਚੀਜ਼ਾਂ ਨੂੰ ਯੂਜ਼ ਕਰਨਾ ਆ ਕਿ ਤੁਸੀਂ ਆਪਣੇ ਆਈਡੀਆਸ ਜਿਹੜੇ ਖੁਦ ਦੇ ਯੂਜ਼ ਕਰ ਸਕਦੇ ਹੋ। ਲਾਈਕ ਤੁਸੀਂ ਸਟੇਟਮੈਂਟ ਪੜ੍ਹ ਲਈ ਹੈ ਔਰ ਤੁਹਾਨੂੰ ਸਮਝ ਆ ਗਈ ਸਟੇਟਮੈਂਟ, ਤੇ ਤੁਸੀਂ ਉਹਦੇ ਅਕੋਰਡਿੰਗ ਆਪਣੇ ਆਈਡੀਆਸ ਜਿਹੜੇ ਆ ਖੁਦ ਦੇ ਬਣਾ ਸਕਦੇ ਹੋ। ਔਰ ਜਿੰਨੇ ਵੀ ਆਈਡੀਆਸ ਤੁਸੀਂ ਲਿਖੋਗੇ ਉਹਦੀਆਂ ਐਗਜ਼ਾਮਪਲਸ ਪਲੱਸ ਆਈਡੀਆਸ ਦੀ ਸਹੀ ਤਰੀਕੇ ਨਾਲ ਐਲੈਬੋਰੇਸ਼ਨ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਦੋਂ ਵੀ ਤੁਸੀਂ ਆਪਣਾ ਰਾਈਟਿੰਗ ਟਾਸਕ ਜਿਹੜਾ ਆ ਦੋਵੇਂ ਦੇ ਦੋਵੇਂ ਸਟਾਰਟ ਕਰਦੇ ਹੋ, ਸਭ ਤੋਂ ਜਿਹੜਾ ਨੋਟੇਬਲ ਚੀਜ਼ ਹੈਗੀ ਉਹ ਤੁਹਾਡੀ ਇੰਟਰੋ ਹੈ। ਅਗਰ ਤੁਸੀਂ
खुद भी अगर कोई चीज़ जिहड़ी स्टडी करना स्टार्ट कर दिओ, अगर फस्ट ही लाइन जिहड़ियां 5-6 लाइन इंप्रैसिव तुहानूं लगदियां ने, तुहाडा इंटरस्ट खुद बे खुद सारे टास्क लई बन जाएगा। इसे तरीके नाल जदों भी तुहाडे राइटिंग टास्क जिहड़े ने एग्जामिनर दे थ्रू चैक हुंदे ने, अगर तुहाडी इंट्रो जिहड़ी हैगी आ बिल्कुल इनफॉर्मेटिव और इंप्रैसिव लिखी हुई है तुसीं, ते खुद बे खुद जिहड़ा एग्जामिनर आ वो सारा दा सारा जिहड़ा टास्क आ उत्ते बहुत ज़्यादा इस चीज़ ते रिफ्लैक्ट करदा है। और इंट्रो लिखण लई तुसीं दोवां टास्क लई ये कुछ जिहड़े पॉइंट्स ने उन्हां नूं यूज़ कर सकदे हो। लाइक तुसीं जदों भी अपनी इंट्रो लिखनी आ, अपने यूज़ करो सिनोनिम्स, कदी भी सेम वर्ड्स यूज़ ना करो जो भी तुहानूं स्टेटमेंट च लिखे ने उन्हां नूं सेम डिटो ना लिखो। अपने जिहड़ा वर्ड ऑर्डर हैगा लाइक तुसीं पास्ट प्रेजेंट करके लिख सकदे हो, ठीक है। जिहड़ा लास्ट उत्ते तुहानूं वर्ड्स लिखे उन्हां नूं पिछे करके वो भी जिहड़े तुहानूं लिख सकदे हो प्रॉपर तरीके नाल। और जो भी तुहानूं स्टेटमेंट मिली हैगी आ ਉਹਨੂੰ पैराफ्रेज करो। पैराफ्रेज की पूरी दी पूरी जिहड़ी लाइन हैगी आ ਉਹਨੂੰ की रीफ्रेज करके अपने वर्ड्स से जिहड़े वोकैबुलरी वर्ड्स यूज़ करके ਉਹਨੂੰ पैराफ्रेज करके तुसीं लिख सकदे हो। ਇਹ ਚੀਜ਼ਾਂ ਨੂੰ ਫੋਕਸ ਕਰਨ ਨਾਲ ਤੁਹਾਡੇ ਬੈਂਡ ਸਕੋਰ ਤੇ ਦੋਵਾਂ ਟਾਸਕ ਦੇ ਬਹੁਤ ਜ਼ਿਆਦਾ ਜਿਹੜਾ ਹੈ ਇਫੈਕਟ ਪੈਂਦਾ ਹੈ। ਰਾਈਟਿੰਗ ਟਾਸਕ ਬਹੁਤ ਹੀ ਜਿਹੜਾ ਇੰਪੋਰਟੈਂਟ ਮੋਡਿਊਲ ਹੈ, ਇਹਨੂੰ ਇਸੇ ਤਰੀਕੇ ਨਾਲ ਛੋਟੀਆਂ ਛੋਟੀਆਂ ਜਿਹੜੀਆਂ ਗਲਤੀਆਂ ਉਹ ਨਹੀਂ ਕਰਕੇ ਵਧੀਆ ਬੈਂਡ ਸਕੋਰ ਤੁਸੀਂ ਹਾਸਿਲ ਕਰ ਸਕਦੇ ਹੋ। ਔਰ ਕਦੀ ਵੀ ਇਸ ਟਾਸਕ ਨੂੰ ਲੈ ਕੇ ਅਜ਼ੰਪਸ਼ਨ ਨਹੀਂ ਕਰਨੀ, ਰਾਈਟਿੰਗ ਟਾਸਕ ਨੂੰ ਲੈ ਕੇ ਕਦੀ ਵੀ ਇਮੈਜੀਨੇਸ਼ਨ ਨਹੀਂ ਕਰਨੀ, ਖੁਦ ਦੇ ਵਰਡਸ ਜਿਹੜੇ ਆ ਨਹੀਂ ਲਿਖਣੇ, ਜੋ ਵੀ ਤੁਹਾਨੂੰ ਡਾਟਾ ਦਿੱਤਾ ਆ ਉਹਨੂੰ ਹੀ ਲਿਖਣਾ ਆ। ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਓਰੀਐਂਟੇਸ਼ਨ ਕਵਰ ਕੀਤੀ ਹੈ। ਨੈਕਸਟ ਜਿਹੜੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਸੀਂ ਇੰਟਰੋਡਕਸ਼ਨ ਨੂੰ ਕਿੱਦਾਂ ਬਣਾ ਸਕਦੇ ਹੋ, ਕਿੱਦਾਂ ਰੀਫਰੇਜ਼ ਕਰ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਪੂਰੇ ਦੇ ਪੂਰੇ ਰਾਈਟਿੰਗ ਟਾਸਕ 1 ਦੇ ਜਿਹੜੇ ਟਾਈਪਸ ਹੈਗੇ ਨੇ ਉਹਨਾਂ ਨੂੰ ਡਿਟੇਲਡ ਕਿੱਦਾਂ ਲਿਖ ਸਕਦੇ ਹੋ, ਮੈਪ ਦੇ ਵਿੱਚ ਕਿਹੜੀ ਵੋਕੈਬਲਰੀ ਯੂਜ਼ ਕਰ ਸਕਦੇ ਹੋ, ਰਾਈਟਿੰਗ ਟਾਸਕ 1 ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਆਨਸਰ ਤੁਸੀਂ ਕਰ ਸਕਦੇ ਹੋ, ਪੂਰੇ ਦੇ ਪੂਰੇ ਵੀਡੀਓਜ਼ ਲੈ ਕੇ ਆਵਾਂਗੀ। ਹੋਪਫੁਲੀ ਅੱਜ ਦਾ ਵੀਡੀਓ ਤੁਹਾਨੂੰ ਓਰੀਐਂਟੇਸ਼ਨ ਵਾਲਾ ਬਹੁਤ ਪਸੰਦ ਆਇਆ ਹੋਵੇਗਾ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਕੋਲ ਕੋਈ ਵੀ ਸਕਿਪ ਨਾ ਹੋਣ। ਥੈਂਕ ਯੂ।